ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ ਬੂਢ ਤੇ ਅਧਕਾਈ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਰਾਮ ਨਾਮ ਸਿਮਰਨ ਬਿਨਾ ਬੂਢ ਤੇ ਅਧਕਾਈ। ਰਹਾਉ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਇਨ ਮੈਂ ਕਛ ਨਾਹਿ ਤੇਰੋ ਕਾਲ ਅਬਦ ਆਈ। ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ। तेउ उतर पार परे राम नाम लीने। सुकर कुकर जोन भ्रमे तौ लाज न आई। राम नाम छाड़ अमृत काहे बेख खाए। तज परम करम विदन खेद राम नाम लेहि। गुर प्रसाद जन कबीर राम कर सनेहि। तज परम करम विदन खेद राम नाम लेहि। गुर प्रसाद जन कबीर राम कर सनेहि। वाहिगुरु जी का खालसा वाहिगुरु जी की फतेह। परम सन्मानयोग गुरु की साजी नवाजी गुरु रूप गुरु खालसा साध संगत जी धनता दे जोग हो। हर रोज दी तरह सचखंड श्री हरमंदर साहिब जी तो प्राप्त होए मुख वाक दी कथा विचार सांझी करन वास्ते गुरुद्वारा मंजी साहिब दीवान हाल श्री अमृतसर साहिब विखे साहिब सतगुरु गुरु ग्रंथ साहिब जी दी पावन हजूरी अंदर सुभाएमान होए हो। दीन दुनिया दे मालक जगत जलंदे दे रख्यक साहिब श्री गुरु ग्रंथ साहिब सच्चे पातशाह जी ने अमृत वेले सचखंड श्री हरमंदर साहिब जी विखे प्रकाशमान हो के अज दा ए पावन पवित्र हुक्मनामा भगत कबीर साहिब जी दी रसना द्वारा ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਧਨਾਸਰੀ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 692 ਤੇ ਸੁਭਾਏਮਾਨ ਹੈ। इस पावन पवित्र मुख वाक अंदर
ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਪਰਮੇਸ਼ਰ ਦਾ ਸਿਮਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਨਾਲ ਦਰਸਾਇਆ ਹੈ ਕਿ ਜਿਹੜੇ ਲੋਕ ਸਿਮਰਨ ਨਹੀਂ ਕਰਦੇ ਉਹ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਜਾਂਦੇ ਨੇ। ਪਾਰ ਉਤਰਨ ਵਾਸਤੇ ਸਿਮਰਨ ਦੀ ਲੋੜ ਹੈ। ਭਗਤ ਜੀ ਕਹਿੰਦੇ ਨੇ ਜਿਸ ਘਰ ਨੂੰ ਪਰਿਵਾਰ ਨੂੰ ਧਨ ਦੌਲਤ ਨੂੰ ਵੇਖ ਕੇ ਤੂੰ ਸੁਖ ਮੰਨੀ ਬੈਠਾ ਹੈ, ਇਹਨਾਂ ਵਿੱਚੋਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਕਿਉਂਕਿ ਜਦੋਂ ਅੰਤ ਦਾ ਸਮਾਂ ਆਇਆ ਉਸ ਵੇਲੇ ਸਾਰੇ ਹੀ ਸਾਥ ਛੱਡ ਜਾਂਦੇ ਨੇ। ਅੱਗੇ ਭਗਤ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਜਿਨ੍ਹਾਂ ਨੇ ਸਿਮਰਨ ਭਜਨ ਕੀਤਾ। ਭਾਵੇਂ ਉਹ ਸੰਸਾਰ ਦੇ ਅੰਦਰ ਪਤਿਤ ਕਰਮ ਕਰਦੇ ਰਹੇ, ਪਰ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਆਇਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਅੱਗੇ ਭਗਤ ਜੀ ਨੇ ਸਾਨੂੰ ਤਾੜਨਾ ਵੀ ਕੀਤੀ ਹੈ, ਐ ਮਨੁੱਖ ਤੂੰ ਕਈ ਜੂਨਾਂ ਦਾ ਭਰਮਣ ਕਰਕੇ ਮਨੁੱਖਾ ਦੇਹੀ ਵਿੱਚ ਆਇਆ ਹੈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਛੱਡ ਕੇ ਅਜੇ ਵੀ ਵਿਸ਼ਿਆਂ ਵਿਕਾਰਾਂ ਰੂਪੀ ਜ਼ਹਿਰ ਖਾਈ ਜਾਣਾ ਹੈ। ਯਾਦ ਰੱਖ, ਜੇ ਤੂੰ ਪ੍ਰਭੂ ਦਾ ਸਿਮਰਨ ਨਾ ਕੀਤਾ ਤੇ ਤੈਨੂੰ ਫੇਰ ਉਹਨਾਂ ਜੂਨਾਂ ਦੇ ਵਿੱਚ ਹੀ ਭਟਕਣਾ ਪਵੇਗਾ। ਆਖਰੀ ਬੰਦ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਭਰਮ ਛੱਡਣ ਦਾ ਉਪਦੇਸ਼ ਦਿੱਤਾ ਹੈ ਤੇ ਹੁਕਮ ਕੀਤਾ ਗੁਰੂ ਦੀ ਕਿਰਪਾ ਨਾਲ ਉਸ ਪਰਮੇਸ਼ਰ ਨਾਲ ਪਿਆਰ ਕਰੋ। ਕਰਮ ਕਾਂਡਾਂ ਨਾਲ ਪਿਆਰ ਨਹੀਂ ਕਰਨਾ, ਪਿਆਰ ਕਰਨਾ ਤੇ ਉਸ ਵਾਹਿਗੁਰੂ ਨਾਲ ਕਰਨਾ ਸਿਮਰਨ ਦੁਆਰਾ। ਸਾਧ ਸੰਗਤ ਜਿਨ੍ਹਾਂ ਨੇ ਉਸ ਵਾਹਿਗੁਰੂ ਨਾਲ ਪਿਆਰ ਕੀਤਾ ਉਹਨਾਂ ਨੇ ਆਪਣੇ ਆਪ ਨੂੰ ਵਾਹਿਗੁਰੂ ਤੋਂ ਨਿਸ਼ਾਵਰ ਕਰ ਦਿੱਤਾ। ਬੰਦਗੀ ਤੋਂ ਬਗੈਰ, ਸਿਮਰਨ ਭਜਨ ਤੋਂ ਬਗੈਰ, ਸਾਧ ਸੰਗਤ ਜੀ ਸਿਮਰਨ ਭਜਨ ਨਹੀਂ ਹੁੰਦਾ। ਆ ਜਿਹੜਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਨਾ, ਇਹਨਾਂ ਸ਼ਹੀਦਾਂ ਨੇ
ਕਿਤਨਾ ਭਾਰੀ ਸਿਮਰਨ ਭਜਨ ਕੀਤਾ ਹੋਵੇਗਾ, ਤਾਂ ਕਰਕੇ ਸ਼ਹਾਦਤ ਪ੍ਰਾਪਤ ਹੋਈ ਹੈ। ਹਾਰੀ ਸਾਰੀ ਨੂੰ ਸ਼ਹੀਦੀ ਪ੍ਰਾਪਤ ਨਹੀਂ ਹੁੰਦੀ। ਕਈ ਲੋਕ ਤਰਲੇ ਲੈਂਦੇ ਨੇ ਵੀ ਅਸੀਂ ਸ਼ਹੀਦ ਹੋ ਜਾਈਏ, ਸਾਡਾ ਵੀ ਨਾਂ ਸੰਸਾਰ ਵਿੱਚ ਰਹਿ ਜਾਵੇ। ਪਰ ਜਿੰਨਾ ਚਿਰ ਵਾਹਿਗੁਰੂ ਦੀ ਭਗਤੀ ਸਿਮਰਨ ਭਜਨ ਨਾ ਕੀਤਾ ਜਾਵੇ, ਸਾਧ ਸੰਗਤ ਜੀ, ਉਹਨਾਂ ਚਿਰ ਐਸਾ ਮਰਾਤਬਾ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੀ ਬੇਨਤੀ ਪ੍ਰਵਾਨ ਕਰਕੇ ਚਮਕੌਰ ਦੀ ਗੜੀ ਛੱਡੀ ਔਰ ਸਤਿਗੁਰਾਂ ਦੇ ਨਾਲ ਦੋ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਤੇ ਤੀਸਰੇ ਭਾਈ ਮਾਨ ਸਿੰਘ ਜੀ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਤਿੰਨਾਂ ਸਿੱਖਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਤੋਂ ਬਾਹਰ ਆਉਂਦੇ ਨੇ ਤੇ ਗੜੀ ਤੋਂ ਥੋੜੀ ਦੂਰ ਖਵਾਜਾ ਮਰਦੂਦ ਦਾ ਤੰਬੂ ਲੱਗਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਉਹਦੇ ਤੰਬੂ ਦੇ ਸਾਹਮਣੇ ਆ ਕੇ ਜ਼ੋਰ ਦੀ ਤਾੜੀ ਮਾਰਦੇ ਨੇ ਅਤੇ ਨਾਲ ਉਸ ਨੂੰ ਲਲਕਾਰ ਕੇ ਕਹਿੰਦੇ ਨੇ ਵੀ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਫੜਨਾ ਤੇ ਫੜ ਲਓ। ਉਸ ਵੇਲੇ ਰਾਤ ਦਾ ਹਨੇਰਾ, ਸਰਦੀ ਦਾ ਮੌਸਮ, ਫੌਜਾਂ ਦੇ ਵਿੱਚ ਹਲਚਲ ਹੀ ਮੱਚ ਗਈ। ਉਹ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟੀ ਜਾ ਰਹੇ ਸੀ। ਪਰ ਸਤਿਗੁਰੂ ਨੇ ਗੜੀ ਤੋਂ ਬਾਹਰ ਨਿਕਲ ਤੋਂ ਪਹਿਲਾਂ ਤਿੰਨਾਂ ਸਿੱਖਾਂ ਨੂੰ ਕਿਹਾ ਸੀ, ਤੁਸੀਂ ਇਸ ਤਾਰੇ ਦੀ ਸਿੱਧੇ ਤੁਰੇ ਆਉਣਾ, ਮੈਨੂੰ ਮਿਲ ਪਵੋਗੇ। ਸਾਧ ਸੰਗਤ ਜਦੋਂ ਭਗਦੜ ਮੱਚੀ, ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲੋਂ ਉਹ ਤਿੰਨ ਸਿੱਖ ਵਿਛੜ ਗਏ। ਪਿੱਛੇ ਗੜੀ ਦੇ ਵਿੱਚ ਇਤਿਹਾਸ ਨੇ ਦਰਸਾਇਆ ਵੀ 8 ਸਿੱਖ ਬਾਕੀ ਰਹਿ ਗਏ। ਉਹਨਾਂ ਦੇ ਵਿੱਚ ਭਾਈ ਸੰਤ ਸਿੰਘ ਜੀ ਤੇ ਭਾਈ ਸੰਗਤ ਸਿੰਘ ਜੀ, ਇਹ ਦੋਵੇਂ ਅਟਾਰੀ ਵਿੱਚ ਬੈਠੇ ਨੇ ਔਰ 4 ਸਿੰਘ ਚੌਹਾਂ ਬਾਈਆਂ ਦੇ ਉੱਪਰ ਪਹਿਰਾ ਦੇ ਰਹੇ ਨੇ। ਭਾਈ ਜੀਵਨ ਸਿੰਘ ਤੇ ਭਾਈ ਕਾਲਾ ਸਿੰਘ ਜੀ ਇਹ ਧੌਂਸੇ ਤੇ ਚੋਟਾਂ ਲਾ ਰਹੇ ਨੇ। ਆਖਰ 9 ਪੋਹ ਦਾ ਦਿਨ ਚੜਿਆ। ਜਿੰਨਾ ਕਿ ਇਹਨਾਂ ਸਿੰਘਾਂ ਦੇ ਪਾਸ ਸ਼ਾਸਤਰ ਆਦਿਕ ਸਨ, ਇਹਨਾਂ ਨੇ ਡਟ ਕੇ ਮੁਗਲਾਂ ਦਾ ਮੁਕਾਬਲਾ ਕੀਤਾ। 9 ਪੋਹ ਨੂੰ ਸਾਧ ਸੰਗਤ ਜੀ ਇਹਨਾਂ ਦੀ ਵੀ ਸ਼ਹੀਦੀ ਹੋਈ। ਸਤਿਗੁਰੂ ਗਰੀਬ ਨਵਾਜ ਮਾਛੀਵਾੜੇ ਆਏ। ਮਾਛੀਵਾੜੇ ਦੇ ਜੰਗਲਾਂ ਅੰਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੰਗੇ ਪੈਰੀਂ ਆ ਰਹੇ ਸੀ। ਇੱਥੇ ਗੁਲਾਬੇ ਤੇ ਪੰਜਾਬੇ ਮਸੰਦ ਦਾ ਬਾਗ ਸੀ। ਸਤਿਗੁਰੂ ਜੀ ਉਸ ਬਾਗ ਦੇ ਬਾਹਰ
ਲੇਟ ਗਏ। ਤਿੰਨੇ ਗੁਰਮੁਖ ਪਿਆਰੇ ਸਤਿਗੁਰਾਂ ਨੂੰ ਆਣ ਕੇ ਮਿਲੇ। ਕੀ ਵੇਖਿਆ? ਪੈਰਾਂ ਵਿੱਚ ਛਾਲੇ ਨੇ। ਔਰ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀ ਉੱਠੇ ਨੇ, ਤਿੰਨਾਂ ਪਿਆਰਿਆਂ ਨੂੰ, ਤਿੰਨਾਂ ਸਿੱਖਾਂ ਨੂੰ ਗਲ ਦੇ ਨਾਲ ਲਾਇਆ, ਪਿਆਰ ਕੀਤਾ। ਇੰਨੇ ਚਿਰ ਨੂੰ ਗੁਲਾਬਾ ਤੇ ਪੰਜਾਬਾ ਵੀ ਆਪਣੇ ਖੂਹ ਤੇ ਪਹੁੰਚੇ ਨੇ। ਇਤਿਹਾਸ ਕਹਿੰਦਾ ਇਹਨਾਂ ਗੁਰਮੁਖਾਂ ਨੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਦੋ ਗੁਰਸਿੱਖਾਂ ਨੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਮੋਢਾ ਦਿੱਤਾ। ਆਸਤੇ ਆਸਤੇ ਬਾਗ ਦੇ ਵਿੱਚ ਲੈ ਕੇ ਗਏ। ਖੂਹ ਤੇ ਜਾ ਕੇ ਜਲ ਛਕਿਆ ਹੈ। ਗੁਲਾਬੇ ਪੰਜਾਬੇ ਨੇ ਆ ਕਰਕੇ ਸੇਵਾ ਕੀਤੀ। ਸਾਧ ਸੰਗਤ ਜੀ, 9 ਪੋਹ ਦਾ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਾਗ ਵਿੱਚ ਰਹੇ ਨੇ। 9 ਪੋਹ ਦੀ ਰਾਤ ਨੂੰ ਗੁਲਾਬਾ ਤੇ ਪੰਜਾਬਾ ਇਹ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ। ਪਰ ਹਜੂਰ ਨੇ ਵਿਚਾਰਿਆ ਵੀ ਅਸੀਂ ਕਿੰਨਾ ਕੁ ਸਮਾਂ ਇੱਥੇ ਰਹਿ ਸਕਦੇ ਹਾਂ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪਰਖ ਕੀਤੀ, ਆਂਢ ਗੁਆਂਢ ਲਾਲਚੀ ਸੀ। ਹਜੂਰ ਨੇ ਵਿਚਾਰਿਆ ਵੀ ਅਸੀਂ ਬਹੁਤਾ ਸਮਾਂ ਇੱਥੇ ਨਹੀਂ ਰਹਿ ਸਕਾਂਗੇ। ਸਾਧ ਸੰਗਤ, ਜਦੋਂ ਆਂਢ ਗੁਆਂਢ ਰੌਲਾ ਪਿਆ ਨਾ ਵੀ ਗੁਰੂ ਗੋਬਿੰਦ ਸਿੰਘ ਆ ਗਏ ਨੇ ਗੁਲਾਬੇ ਪੰਜਾਬੇ ਦੇ ਘਰ, ਤੇ ਉਸ ਵੇਲੇ ਗੁਲਾਬਾ ਤੇ ਪੰਜਾਬਾ ਦੋਵੇਂ ਡੋਲ ਗਏ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਤੁਸੀਂ ਇੱਥੋਂ ਚਲੇ ਜਾਓ। ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਪੇ ਭਜ ਖਲੇ। ਸਭੋ ਭੱਜੇ ਆਸਰਾ, ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ, ਬ੍ਰਹਮ ਲੱਗੇ ਨਾ ਤਤੀ ਵਾਓ। ਸਾਧ ਸੰਗਤ, ਜਦੋਂ ਮੁਸ਼ਕਲ ਦਾ ਸਮਾਂ ਬਣਦਾ ਹੈ ਨਾ, ਉਦੋਂ ਸਾਰੇ ਹੀ ਸਾਥ ਛੱਡ ਜਾਂਦੇ ਨੇ, ਭਾਵੇਂ ਉਹ ਆਪਣੇ ਹੋਣ, ਭਾਵੇਂ ਉਹ ਬੇਗਾਨੇ ਹੋਣ। ਅੱਜ ਆਪਣਿਆਂ ਨੇ ਵੀ ਜਵਾਬ ਦੇ ਦਿੱਤਾ। ਕਹਿਣ ਲੱਗੇ, ਮਹਾਰਾਜ ਫੌਜਾਂ ਚੜ੍ਹ ਕੇ ਆ ਗਈਆਂ ਨੇ, ਤੁਸੀਂ ਇੱਥੋਂ ਚਲੇ ਜਾਓ। ਗਰੀਬ ਨਵਾਜ਼ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਿਵੇਂ ਉੱਚ ਦੇ ਪੀਰ ਬਣ ਕੇ ਜਾਂਦੇ ਨੇ। ਸਾਧ ਸੰਗਤ ਜੀ, ਇਹ ਸਾਰਾ ਅਗਲੇ ਦਿਨਾਂ ਵਿੱਚ ਆਉਣ ਵਾਲਾ ਇਤਿਹਾਸ ਹੈ। ਔਰ ਜਿਵੇਂ 10 ਪੋਹ ਨੂੰ ਬੀਬੀ ਸ਼ਰਨ ਕੌਰ ਨੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਇਕੱਤਰ ਕਰਕੇ ਉਹਨਾਂ ਦਾ ਸੰਸਕਾਰ ਕੀਤਾ, ਅਤੇ ਮੁਗਲਾਂ ਨੇ ਜਦੋਂ ਅੱਗ ਬਲਦੀ ਵੇਖੀ ਤੇ ਉਹਨਾਂ ਨੇ ਸਾਧ ਸੰਗਤ ਜੀ ਬੀਬੀ ਸ਼ਰਨ ਕੌਰ ਜੀ ਨੂੰ ਵੀ ਕਹਿੰਦੇ ਚਿਖਾ ਦੇ ਵਿੱਚ ਸੁੱਟ ਕੇ ਨਾਲ ਹੀ ਸ਼ਹੀਦ ਕਰ ਦਿੱਤਾ ਸੀ। ਇਹ ਸ਼ਹੀਦੀ ਹਫ਼ਤਾ, ਜਿਸ ਸ਼ਹੀਦੀ ਹਫ਼ਤੇ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਦਿਨ ਸਾਧ ਸੰਗਤ ਜੀ ਇਹ ਸ਼ਹੀਦੀ ਹਫ਼ਤੇ ਤੇ ਵਿਚਾਰ ਕੀਤੀ ਜਾਂਦੀ ਸੀ। ਕੱਲ ਵੀ ਗਿਆਨੀ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹੋਣਾ ਨੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਦਾ ਇਤਿਹਾਸ ਦੁਹਰਾਇਆ ਸੀ। ਤੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਦਵਾਨ ਪੁਰਖ ਆਪ ਜੀਆਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਹੁਕਮਨਾਮੇ ਦੀ ਵਿਚਾਰ ਸਾਂਝੀ ਕਰ ਸਕੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਹੇ ਭਾਈ, ਪਰਮੇਸ਼ਰ ਦਾ ਸਿਮਰਨ ਕਰ, ਪਰਮੇਸ਼ਰ ਦਾ ਸਿਮਰਨ ਕਰ। ਸਦਾ ਵਾਸਤੇ ਪਰਮੇਸ਼ਰ ਦਾ ਸਿਮਰਨ ਕਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਰਾਗ ਧਨਾਸਰੀ ਦੇ ਅੰਦਰ ਜ਼ਿਕਰ ਕੀਤਾ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਸਤਿਗੁਰੂ ਜੀ ਕਹਿੰਦੇ ਨੇ, ਹੇ ਮਨ, ਸੱਚੇ ਨਾਮ ਦਾ ਸਿਮਰਨ ਕਰ। ਪੁੱਛਿਆ ਜੀ ਕਿੰਨਾ ਕੁ ਚਿਰ? ਹਜੂਰ ਕਹਿੰਦੇ ਸਦਾ ਸਤਨਾਮ। ਸਦਾ ਹੀ ਸੱਚੇ ਨਾਮ ਦਾ ਸਿਮਰਨ ਕਰ, ਕਿਉਂਕਿ ਸਿਮਰਨ ਤੋਂ ਬਗੈਰ ਜੀਵ ਦਾ ਪਾਰ ਉਤਾਰਾ ਨਹੀਂ। ਸਿਮਰਨ ਕਰਕੇ ਹੀ ਸਾਧ ਸੰਗਤ ਜੀ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ। ਕਿਸੇ ਕਵੀ ਨੇ ਜ਼ਿਕਰ ਕੀਤਾ ਹੈ, ਭੈ ਸਾਗਰ ਕੇ ਤਰਨ ਕਉ ਤਰਨ ਅਵਸਥਾ ਆਹੇ। ਜਿੱਥੇ ਪ੍ਰਤੱਖ ਨਦੀਆਂ ਨਾਲਿਆਂ ਤੋਂ ਪਾਰ ਹੋਣ ਵਾਸਤੇ ਜਵਾਨੀ ਦੀ ਅਵਸਥਾ ਵਿੱਚ ਮਨੁੱਖ ਤਰ ਸਕਦਾ ਹੈ, ਬਾਲਕ ਅਵਸਥਾ ਵਿੱਚ ਤਰਨ ਦੀ ਜਾਚ ਨਹੀਂ। ਬੁਢਾਪੇ ਦੀ ਅਵਸਥਾ ਆ ਗਈ ਤੇ ਸਰੀਰ ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ। ਹੁਣ ਉਹ ਤਰਨ ਦੀ ਸਮਰੱਥਾ ਨਹੀਂ ਸਰੀਰ ਵਿੱਚ, ਪਰ ਜਵਾਨੀ ਦੀ ਅਵਸਥਾ ਵਿੱਚ ਤਰ ਸਕਦਾ ਹੈ। ਇਸੇ ਤਰ੍ਹਾਂ ਬਾਲਕ ਬੁੱਧ ਅਚੇਤ ਹੈ। ਬਾਲਕ ਅਵਸਥਾ ਅਚੇਤ ਹੋਣ ਕਰਕੇ ਇਹਨੂੰ ਚੇਤਾ ਨਹੀਂ। ਪਰ ਸਾਧ ਸੰਗਤ ਜੀ, ਜਵਾਨੀ ਦੀ ਅਵਸਥਾ ਅੰਦਰ ਇਹ ਜੀਵ ਵਾਹਿਗੁਰੂ ਦਾ ਸਿਮਰਨ ਭਜਨ ਕਰ ਸਕਦਾ ਹੈ, ਪ੍ਰਭੂ ਨੂੰ ਚੇਤੇ ਕਰ ਸਕਦਾ ਹੈ, ਅੰਮ੍ਰਿਤ ਵੇਲਾ ਸੰਭਾਲ ਸਕਦਾ ਹੈ। ਜਦੋਂ ਬੁਢਾਪਾ ਜ਼ੋਰ ਪਾ ਜਾਵੇ ਤੇ ਫੇਰ ਆਖੇ ਮੈਂ ਸਿਮਰਨ ਕਰਾਂ, ਤੇ ਫੇਰ ਸਿਮਰਨ ਨਹੀਂ ਹੁੰਦਾ। ਜੇ ਕੋਈ ਬੰਦਾ ਕਹੇ ਵੀ ਅੱਗ ਲੱਗੀ ਹੈ ਤੇ ਖੂਹ ਪੁੱਟ ਕੇ ਪਾਣੀ ਕੱਢ ਕੇ ਤੇ ਅੱਗ ਬੁਝਾਵਾਂ, ਨਹੀਂ ਬੁਝਾ ਸਕਦਾ। ਜਿਸ ਨੇ ਸਾਰੀ ਉਮਰ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕੀਤਾ, ਯਾਦ ਨਹੀਂ ਕੀਤਾ, ਜੇ ਉਹ ਕਹੇ ਵੀ ਮੈਂ ਅੰਤ ਸਮੇਂ ਯਾਦ ਕਰ ਲਵਾਂ ਤੇ ਕਿਵੇਂ ਕਰੇਗਾ? ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਸਾਨੂੰ ਕਿਹਾ ਹੈ, ਸਾਸ ਸਾਸ ਸਿਮਰੋ ਗੋਬਿੰਦ। ਸਾਹ ਸਾਹ ਦੇ ਨਾਲ ਉਸ ਮਾਲਕ ਨੂੰ ਚੇਤੇ ਕਰੋ, ਤਾਂ ਕਿ ਜਦੋਂ ਅੰਤ ਸਮਾਂ ਆਵੇ ਤੇ ਉਦੋਂ ਵੀ ਸਾਨੂੰ ਉਹ ਵਾਹਿਗੁਰੂ ਯਾਦ ਆਵੇ। ਸਤਿਗੁਰੂ ਜੀ ਕਹਿੰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਹੇ ਭਾਈ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ। ਰਾਮ ਨਾਮ ਸਿਮਰਨ ਬਿਨ ਬੂਢ ਤੇ ਅਦਕਾਈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਰਾਮ ਨਾਮ ਸਿਮਰਨ ਬਿਨ, ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਬੂੜ ਤੇ ਅਦਕਾਈ। ਬਹੁਤ ਸਾਰੇ ਲੋਕ ਸੰਸਾਰ ਸਮੁੰਦਰ ਵਿੱਚ ਡੁੱਬ ਗਏ। ਇਸੇ ਤਰ੍ਹਾਂ
ਸਾਧ ਸੰਗਤ ਜੀ, ਭਗਤ ਜੀ ਕਹਿੰਦੇ ਨੇ ਵੱਡੇ ਤੋਂ ਵੱਡੇ ਜਿਹੜੇ ਸੀ ਨਾ, ਅਸੀਂ ਉਹ ਡੁੱਬਦੇ ਵੇਖੇ ਆ, ਜਿਨ੍ਹਾਂ ਨੇ ਸਿਮਰਨ ਭਜਨ ਨਹੀਂ ਕੀਤਾ, ਕੇਵਲ ਮੇਰੀ ਮੇਰੀ ਵਿੱਚ ਹੀ ਫਸੇ ਰਹੇ। सदगुरु जी कहते सर्ब सोयन की लंका होती रावण से अध काई, कहा भयो दर बांधे हाथी खिन मह भई पराई। रावण जेड़ा अपने आप नूं सारियां तो वड्डा गिणदा सी, जिहदे कोल बहुत सारी सैना सी, 1 लाख पूत 1.25 लाख नाती, तेह रावण कर दिया ना बाती। जिहदा एडा वड्डा परिवार सी ना, सारी लंका सोने दी सी। साध संगत जी, प्रभु दे सिमरन तो बगैर ਉਹ ਵੀ ਸੰਸਾਰ ਸਮੁੰਦਰ ਵਿੱਚ ਡੁੱਬ ਗਿਆ। जिस